ਜੈ ਮਸੀਹ ਦੀ। ਅੱਜ ਫਿਰ ਅਸੀਂ ਆਪਣੀਆਂ ਬਾਈਬਲਾਂ ਨੂੰ ਖੋਲਾਂਗੇ ਅਤੇ ਵਚਨ 'ਚੋਂ ਪੜ੍ਹਾਂਗੇ ਅਫਸੀਆਂ ਦਾ ਖੱਤ, ਉਸ ਦਾ ਪਹਿਲਾ ਅਧਿਆਇ ਅਤੇ ਉਸ ਦੀ 15 ਆਇਤ ਤੋਂ ਲੈ ਕੇ ਉਸ ਦੀ 23ਵੀਂ ਆਇਤ ਤੱਕ। ਉਸ ਵਿੱਚ ਪੌਲ ਲਿਖਦਾ ਹੈ, ਪੌਲੁਸ, ਇਸ ਕਾਰਨ ਮੈਂ ਵੀ ਜਾਂ ਤੁਹਾਡੀ ਨੇਚਾ ਨੂੰ ਜੋ ਪ੍ਰਭੂ ਯਿਸੂ ਦੇ ਉੱਤੇ ਹੈ ਅਤੇ ਉਸ ਪ੍ਰੇਮ ਨੂੰ ਜੋ ਸਭਨਾਂ ਸੰਤਾਂ ਦੇ ਲਈ ਹੈ ਸੁਣਿਆ ਹੈ, ਤਾਂ ਆਪਣੀਆਂ ਪ੍ਰਾਰਥਨਾ ਵਿੱਚ ਤੁਹਾਨੂੰ ਚੇਤੇ ਕਰਦਿਆਂ ਤੁਹਾਡੇ ਲਈ ਧੰਨਵਾਦ ਕਰਨ ਤੋਂ ਨਹੀਂ ਹਟਦਾ ਭਈ ਸਾਡੇ ਪ੍ਰਭੂ ਯਿਸੂ ਮਸੀਹ ਦਾ ਪਰਮੇਸ਼ਰ, ਜਿਹੜਾ ਤੇਜ ਦਾ ਪਿਤਾ ਹੈ, ਆਪਣੀ ਪੂਰੀ ਪਛਾਣ ਵਿੱਚ ਗਿਆਨ ਅਤੇ ਪ੍ਰਕਾਸ਼ ਦਾ ਆਤਮਾ ਤੁਹਾਨੂੰ ਦਾਨ ਕਰੇ, ਕਿ ਤੁਹਾਡੇ ਦਿਲ ਦੀਆਂ ਅੱਖਾਂ ਨੂੰ ਚਾਨਣ ਹੋਵੇ, ਤਾਂ ਜੋ ਤੁਸੀਂ ਜਾਣ ਲਵੋ ਭਈ ਉਹ ਦੇ ਸੱਦੇ ਤੋਂ ਕੀ ਆਸ ਹੁੰਦੀ ਹੈ ਅਤੇ ਸੰਤਾਂ ਵਿੱਚ ਉਹ ਦੇ ਤੇਜਵਾਨ ਅਧਿਕਾਰ ਦਾ ਧਨ ਕੀ ਹੈ, ਅਤੇ ਅਸੀਂ ਨੇਚਾਵਾਨ ਵੱਲ ਉਹਨਾਂ ਦੀ ਸਮਰੱਥਾ ਦਾ ਅਦਿਅੰਤ ਵੱਡਾਪਣ, ਉਹਦੀ ਵੱਡੀ ਸ਼ਕਤੀ ਦੇ ਅਮਲ ਅਨੁਸਾਰ ਕੀ ਹੈ, ਜਿਹੜਾ ਉਹਨੇ ਮਸੀਹ ਵਿੱਚ ਕੀਤਾ ਜਦ ਉਸ ਨੇ ਮੁਰਦਿਆਂ ਵਿੱਚੋਂ ਜਿਵਾ ਲਿਆ ਅਤੇ ਸੁਰਗੀ ਥਾਵਾਂ ਵਿੱਚ ਆਪਣੇ ਸੱਜੇ ਹੱਥ ਬਿਠਾ ਲਿਆ। ਉਹ ਹਰੇਕ ਹਕੂਮਤ, ਇਖਤਿਆਰ, ਕੁਦਰਤ, ਰਿਆਸਤ ਅਤੇ ਹਰੇਕ ਨਾਂ ਦੇ ਉਤਾਹਾਂ ਹੈ, ਜੋ ਨਾ ਕੇਵਲ ਇਸ ਯੁੱਗ ਵਿੱਚ ਸਗੋਂ ਆਉਣ ਵਾਲੇ ਯੁੱਗ ਵਿੱਚ ਵੀ ਲਈਦਾ ਹੈ, ਅਤੇ ਸਭ ਕੁਝ ਉਹਦੇ ਪੈਰਾਂ ਹੇਠ ਕਰ ਦਿੱਤਾ ਅਤੇ ਸਭਨਾਂ ਬਸਤਾਂ ਉੱਤੇ ਸਿਰ ਬਣਨ ਲਈ ਉਸ ਨੂੰ ਕਲੀਸਿਆ ਲਈ ਦੇ ਦਿੱਤਾ। ਇਹ ਉਸ ਦੀ ਦੇਹ ਹੈ, ਅਰਥਾਤ ਉਸ ਦੀ ਭਰਪੂਰੀ, ਜਿਹੜਾ ਸਭਨਾਂ ਵਿੱਚ ਸਭੋ ਕੁਝ ਕਰਦਾ ਹੈ। ਇਹ ਅਸੀਂ ਪੜ੍ਹਿਆ ਹੈ ਵਚਨ ਜੋ ਕਿ ਪੌਲੁਸ ਲਿਖਦਾ ਹੈ, ਅਤੇ ਪੌਲੁਸ ਅਫਸੀਆਂ ਦੇ ਲੋਕਾਂ ਨੂੰ ਇਹ ਖੱਤ ਲਿਖਦਾ ਹੈ। ਅਤੇ ਜਿੱਦਾਂ ਅਸੀਂ ਪਿਛਲੇ 3 ਹਫ਼ਤਿਆਂ ਵਿੱਚ ਪੜ੍ਹਿਆ ਕਿ ਕਿਵੇਂ ਖੁਦਾਵੰਦ ਨੇ ਸਾਨੂੰ ਮਸੀਹ ਦੇ ਵਿੱਚ ਚੁਣਿਆ ਅਤੇ ਸਾਨੂੰ ਆਪਣੇ ਪੁੱਤਰ ਅਤੇ ਬੇਟੀਆਂ ਬਣਾ ਲਿਆ। ਅਤੇ ਹੁਣ ਅਸੀਂ ਫਿਰ ਪੜ੍ਹਦੇ ਹਾਂ ਪੌਲੁਸ, ਜੋ ਕਿ ਇਹ ਖੱਤ ਦੀ ਸ਼ੁਰੂਆਤ ਵਿੱਚ ਲਿਖਦਾ ਹੈ ਕਿ ਉਹ ਕਿੰਨਾ ਧੰਨਵਾਦ ਕਰਦਾ ਹੈ ਖੁਦਾਵੰਦ ਦਾ ਅਫਸੀਆਂ ਦੇ ਲੋਕਾਂ ਲਈ, ਕਿਉਂਕਿ ਅਫਸੋਸ ਸ਼ਹਿਰ ਦੇ ਜਿਹੜੇ ਲੋਕ ਸਨ, ਜਿਹੜੇ ਕਿ ਮਸੀਹੀ ਲੋਕ ਸਨ, ਇਹਨਾਂ ਦਾ ਵਿਸ਼ਵਾਸ ਮਸੀਹ 'ਤੇ ਕਿੰਨਾ ਪੱਕਾ ਸੀ, ਅਤੇ ਇਹਨਾਂ ਦਾ ਪਿਆਰ ਮਸੀਹ ਲਈ ਅਤੇ ਮਸੀਹ ਦੇ ਲੋਕਾਂ ਲਈ ਬਹੁਤ ਹੀ ਸਰਾਹਨਯੋਗ ਸੀ। ਅਤੇ ਪੌਲੁਸ ਧੰਨਵਾਦ ਕਰਦਾ ਹੈ ਪਰਮੇਸ਼ਵਰ ਦਾ। ਪੌਲੁਸ ਧੰਨਵਾਦ ਕਰਦਾ ਹੈ ਕਿ ਕਿਵੇਂ ਇਹਨਾਂ ਲੋਕਾਂ ਦੇ ਵਿੱਚ ਖੁਦਾਵੰਦ ਦਾ ਵਿਸ਼ਵਾਸ ਨੇਚਾ ਕੰਮ ਕਰ ਰਿਹਾ ਸੀ। ਅਤੇ ਸਾਨੂੰ ਵੀ ਇੱਕ ਇਹ ਗੱਲ ਸਿੱਖਣ ਦੀ ਲੋੜ ਹੈ ਕਿ ਅਸੀਂ ਵੀ ਇੱਕ ਦੂਸਰੇ ਲਈ ਪ੍ਰਾਰਥਨਾ ਕਰੀਏ ਅਤੇ ਇੱਕ ਦੂਸਰੇ ਲਈ ਖੁਦਾਵੰਦ ਦਾ ਧੰਨਵਾਦ ਕਰੀਏ ਕਿ ਖੁਦਾਵੰਦ ਦੇ ਲੋਕ ਕਿੰਨਾ ਮਸੀਹ ਦੇ ਵਿੱਚ ਅੱਗੇ ਵੱਧਦੇ ਹਨ, ਵਿਸ਼ਵਾਸ ਵਿੱਚ ਅਤੇ ਉਸ ਦੀ ਸੇਵਕਾਈ ਦੇ ਵਿੱਚ। ਅਤੇ ਹੁਣ ਮੈਂ 3 ਗੱਲਾਂ ਦੱਸਣ ਜਾ ਰਿਹਾ ਹਾਂ ਇਹ ਵਚਨ 'ਚੋਂ, ਜੋ ਕਿ ਸਾਡੀ ਨੇਚਾ ਦੇ ਲਈ ਇੱਕ ਜ਼ਰੂਰੀ ਚੀਜ਼ਾਂ ਹਨ, ਜਾਂ ਸਾਨੂੰ ਜਾਣਨ ਦੀ ਲੋੜ ਹੈ ਕਿ ਮਸੀਹੀ ਨੇਚਾ ਕੀ ਹੈ, ਇਸ ਦਾ ਮਸੀਹ ਲੋਕਾਂ ਦੇ ਉੱਤੇ ਕੀ ਅਸਰ ਹੈ। ਅਤੇ ਅਸੀਂ ਅੱਜ ਗੱਲ ਕਰਦੇ ਹਾਂ ਨੇਚਾ ਦੀ। ਅਤੇ ਪਹਿਲੀ ਗੱਲ ਇਹ ਹੈ ਕਿ ਜੋ ਨੇਚਾ ਹੈ ਉਹ ਇੱਕ ਤੋਹਫਾ ਹੈ। ਜੋ ਸਾਡਾ ਵਿਸ਼ਵਾਸ ਯਿਸੂ ਮਸੀਹ 'ਤੇ ਹੈ, ਉਹ ਕੀ ਇੱਕ ਤੋਹਫਾ ਹੈ ਖੁਦਾਵੰਦ ਵੱਲੋਂ। ਅਸੀਂ ਪੜ੍ਹਦੇ ਹਾਂ, ਫਿਰ ਪੌਲੁਸ ਆਖਦਾ ਹੈ ਕਿ ਮੈਂ ਤੁਹਾਡੀ ਨੇਚਾ ਬਾਰੇ ਸੁਣਿਆ ਹੈ, ਅਤੇ ਮੈਂ ਧੰਨਵਾਦ ਕਰਦਾ ਹਾਂ ਤੁਹਾਡੀ ਨੇਚਾ ਲਈ, ਤੁਹਾਡੇ ਪ੍ਰੇਮ ਲਈ, ਜੋ ਕਿ ਮਸੀਹ ਯਿਸੂ ਦੇ ਵਿੱਚ ਹੈ। ਅਸੀਂ ਪੜ੍ਹਦੇ ਹਾਂ ਰੋਮੀਆਂ ਦਾ ਖੱਤ, ਉਹਦਾ 6ਵਾਂ ਅਧਿਆਇ ਅਤੇ ਉਹਦੀ 23ਵੀਂ ਆਇਤ ਵਿੱਚ ਕਿ ਪਾਪ ਦੀ ਮਜ਼ਦੂਰੀ ਮੌਤ ਹੈ, ਪਰ ਖੁਦਾਵੰਦ ਦਾ ਤੋਹਫਾ ਯਿਸੂ ਮਸੀਹ ਦੇ ਵਿੱਚ ਕੀ ਹੈ? ਸਦੀਵਕ ਜੀਵਨ। ਅਤੇ ਸਦੀਵਕ ਜੀਵਨ ਸਾਨੂੰ ਉਦੋਂ ਹੀ ਮਿਲਦਾ ਹੈ ਜਦੋਂ ਸਾਡਾ ਨੇਚਾ, ਸਾਡਾ ਵਿਸ਼ਵਾਸ ਯਿਸੂ ਮਸੀਹ 'ਤੇ ਆਉਂਦਾ ਹੈ। ਇਸ ਕਰਕੇ ਮੈਂ ਮੰਨਦਾ ਹਾਂ ਕਿ ਜੋ ਸਾਨੂੰ ਨੇਚਾ ਸਾਡੀ ਹੈ ਯਿਸੂ ਮਸੀਹ ਦੇ ਵਿੱਚ, ਸਾਡਾ ਵਿਸ਼ਵਾਸ ਹੈ, ਉਹ ਇੱਕ ਤੋਹਫਾ ਹੈ ਖੁਦਾਵੰਦ ਵੱਲੋਂ। ਕਿਉਂਕਿ ਪੌਲੁਸ ਫਿਰ ਕਹਿੰਦਾ ਹੈ ਇਸ ਖੱਤ ਵਿੱਚ ਕਿ ਖੁਦਾਵੰਦ ਨੇ ਸਾਨੂੰ ਜੀਵਨ ਦੇ ਦਿੱਤਾ ਯਿਸੂ ਮਸੀਹ ਦੇ ਵਿੱਚ, ਅਤੇ ਅਸੀਂ ਕਿਰਪਾ ਦੇ ਰਾਹੀਂ ਬਚਾਏ ਜਾਂਦੇ ਹਾਂ ਨੇਚਾ ਦੇ ਜ਼ਰੀਏ। ਅਤੇ ਨੇਚਾ ਤੋਂ ਬਿਨਾਂ ਸਾਨੂੰ ਸਦੀਵਕ ਜੀਵਨ ਨਹੀਂ ਮਿਲ ਸਕਦਾ। ਇਸ ਕਰਕੇ ਜੋ ਨੇਚਾ ਹੈ ਉਹ ਸਾਨੂੰ ਉਦੋਂ
ਮਿਲਦਾ ਹੈ। ਨੇਚਾ ਵਿਸ਼ਵਾਸ ਕਿਰਪਾ ਦੇ ਰਾਹੀਂ, ਅਤੇ ਕਿਰਪਾ ਸਾਨੂੰ ਵਿਸ਼ਵਾਸ ਦੇ ਰਾਹੀਂ, ਯਾਨੀ ਕਿ ਕਿਰਪਾ ਅਤੇ ਵਿਸ਼ਵਾਸ ਇੱਕ ਇਕੱਠੇ ਹੋ ਕੇ ਸਾਡੀ ਜ਼ਿੰਦਗੀਆਂ 'ਚ ਆਉਂਦੇ ਹਨ, ਜੋ ਕਿ ਇੱਕ ਖੁਦਾਵੰਦ ਦਾ ਰਹਿਮ ਹੈ, ਕਿਰਪਾ ਹੈ। ਅਤੇ ਪੌਲੁਸ ਕਹਿੰਦਾ ਹੈ ਕਿ ਇਹ ਜੋ ਨੇਚਾ ਹੈ, ਮੈਂ ਧੰਨਵਾਦ ਕਰਦਾ ਹਾਂ ਕਿਉਂਕਿ ਤੁਹਾਡੇ ਵਿੱਚ ਇਹ ਨੇਚਾ ਕਿੰਨੀ ਅਸਰਦਾਇਕ ਹੈ। ਅਤੇ ਅਸੀਂ ਚਾਹੁੰਦੇ ਹਾਂ ਕਿ ਜੋ ਨੇਚਾ ਖੁਦਾਵੰਦ ਨੇ ਸਾਨੂੰ ਦਿੱਤੀ ਹੈ, ਅਸੀਂ ਵੀ ਉਸ ਵਿੱਚ ਵਧੀਏ। ਪਰ ਸਾਨੂੰ ਇਹ ਜਾਣਨ ਦੀ ਲੋੜ ਹੈ ਕਿ ਜਿਹੜਾ ਨੇਚਾ ਹੈ ਇਹ ਖੁਦਾਵੰਦ ਵੱਲੋਂ ਸਾਨੂੰ ਇੱਕ ਤੋਹਫਾ ਮਿਲਦਾ ਹੈ, ਅਤੇ ਨੇਚਾ ਜੋ ਹੈ ਸਾਡੀ ਇੱਕ ਜ਼ਿੰਦਗੀ ਲਈ ਬਹੁਤ ਹੀ ਜ਼ਰੂਰੀ ਹੈ, ਮਸੀਹੀ ਜ਼ਿੰਦਗੀ ਲਈ। ਅਤੇ ਅਸੀਂ ਫਿਰ ਦੇਖਦੇ ਹਾਂ ਕਿ ਬਾਈਬਲ ਕਾਫੀ ਇਸ ਗੱਲ ਉੱਤੇ ਸਾਨੂੰ ਦੱਸਦੀ ਹੈ ਕਿ ਜਿਹੜੀ ਨੇਚਾ ਹੈ, ਜੇ ਇੱਕ ਇਨਸਾਨ ਦਾ ਵਿਸ਼ਵਾਸ ਹੈ ਸ਼ਾਇਦ ਦੂਸਰੇ ਇਨਸਾਨ ਤੋਂ ਡਿਫਰੈਂਟ ਹੋ ਸਕਦਾ ਹੈ, ਅਲੱਗ ਹੋ ਸਕਦਾ ਹੈ। ਹਾਲਾਂਕਿ ਨੇਚਾ ਤਾਂ ਇੱਕ ਹੈ ਯਿਸੂ ਮਸੀਹ ਦੇ ਵਿੱਚ, ਪਰ ਕਈ ਲੋਕਾਂ ਦੀ ਨੇਚਰ ਜ਼ਿਆਦਾ ਹੁੰਦੀ ਹੈ, ਕਈ ਲੋਕਾਂ ਦੀ ਨੇਚਰ ਥੋੜ੍ਹੀ ਘੱਟ ਹੁੰਦੀ ਹੈ। ਕਈ ਲੋਕਾਂ ਦਾ ਵਿਸ਼ਵਾਸ ਬਹੁਤ ਜ਼ਿਆਦਾ ਹੁੰਦਾ ਹੈ, ਉਹਨਾਂ ਨੂੰ ਕੋਈ ਵੀ ਇੱਦਾਂ ਦੀ ਚੀਜ਼ ਦੁਨੀਆ ਵਿੱਚ ਹਿਲਾ ਨਹੀਂ ਸਕਦੀ ਉਹਨਾਂ ਦਾ ਵਿਸ਼ਵਾਸ। ਪਰ ਕਈ ਲੋਕਾਂ ਦਾ ਵਿਸ਼ਵਾਸ ਡਾਵਾਂ ਡੋਲ ਹੁੰਦਾ ਹੈ, ਕਈ ਵਾਰੀ ਉਹਨਾਂ ਦਾ ਵਿਸ਼ਵਾਸ ਉੱਤੇ ਹੁੰਦਾ ਹੈ, ਕਈ ਵਾਰੀ ਥੋੜ੍ਹੇ ਥੱਲੇ ਹੋ ਜਾਂਦਾ ਹੈ। ਇਹ ਜੋ ਅਸੀਂ ਦੇਖਦੇ ਹਾਂ, ਮੁੱਕਦੀ ਗੱਲ ਇਹ ਹੈ ਕਿ ਵਿਸ਼ਵਾਸ ਜੋ ਹੈ, ਜੇ ਸਾਡਾ ਵਿਸ਼ਵਾਸ ਯਿਸੂ ਮਸੀਹ ਦੇ ਉੱਤੇ ਅਟਲ ਹੈ ਅਤੇ ਯਿਸੂ ਮਸੀਹ ਸਾਡੇ ਨਾਲ ਹੈ। ਅਤੇ ਇਹ ਜੋ ਅਫਸੋਸ ਦੇ ਲੋਕ ਸਨ, ਇਹਨਾਂ ਦਾ ਵੀ ਵਿਸ਼ਵਾਸ ਯਿਸੂ ਮਸੀਹ ਦੇ ਉੱਤੇ ਸੀ। ਅਸੀਂ ਦੇਖਦੇ ਹਾਂ ਕਿ ਬਿਨਾਂ ਵਿਸ਼ਵਾਸ ਤੋਂ, ਬਿਨਾਂ ਨੇਚਰ ਤੋਂ ਅਸੀਂ ਮਸੀਹੀ ਜ਼ਿੰਦਗੀ ਦੇ ਵਿੱਚ ਅੱਗੇ ਨਹੀਂ ਵੱਧ ਸਕਦੇ। ਕਿਉਂਕਿ ਦੁਨੀਆ ਦੇ ਵਿੱਚ ਇੰਨੀਆਂ ਤਕਲੀਫਾਂ ਹਨ, ਜ਼ਿੰਦਗੀ ਦੇ ਵਿੱਚ ਇੰਨੀਆਂ ਤਕਲੀਫਾਂ ਹਨ, ਜ਼ਿੰਦਗੀ ਦੇ ਵਿੱਚ ਪਾਪ ਵੀ ਹੈ, ਤਕਲੀਫਾਂ ਵੀ ਹਨ। ਅਤੇ ਕਈ ਵਾਰੀ ਇੱਦਾਂ ਦੇ ਪੜਾਵਾਂ ਵਿੱਚ ਸਾਨੂੰ ਨਿਕਲਣਾ ਪੈਂਦਾ ਹੈ ਜਦੋਂ ਸਾਡਾ ਇੱਕ ਜਿਹੜੀ ਨੇਚਰ ਹੈ, ਸਾਡੀ ਨੇਚਰ ਜੋ ਹੈ ਜਾਂ ਵਿਸ਼ਵਾਸ ਹੈ, ਉਹ ਕਈ ਵਾਰੀ ਡਾਵਾਂਡੋਲ ਹੋਣ ਲੱਗ ਪੈਂਦਾ ਹੈ। ਅਤੇ ਇਸ ਕਰਕੇ ਜੇ ਅਸੀਂ ਵਿਸ਼ਵਾਸ ਵਿੱਚ ਅੱਗੇ ਵਧਣਾ ਚਾਹੁੰਦੇ ਹਾਂ, ਮਸੀਹੀ ਜੀਵਨ ਦੇ ਵਿੱਚ ਅੱਗੇ ਵਧਣਾ ਚਾਹੁੰਦੇ ਹਾਂ, ਅਤੇ ਸਾਨੂੰ ਇਹ ਹਮੇਸ਼ਾ ਯਾਦ ਰੱਖਣਾ ਚਾਹੀਦਾ ਹੈ ਕਿ ਸਾਡਾ ਵਿਸ਼ਵਾਸ ਸਾਡੇ ਉੱਪਰ ਨਹੀਂ ਹੈ, ਸਾਡਾ ਵਿਸ਼ਵਾਸ ਮਸੀਹ ਯਿਸੂ ਦੇ ਉੱਤੇ ਹੈ, ਜੋ ਕਿ ਹਮੇਸ਼ਾ ਅਟਲ ਹੈ। ਯਿਸੂ ਮਸੀਹ ਕਦੇ ਵੀ ਡਾਵਾਂਡੋਲ ਨਹੀਂ ਹੁੰਦਾ। ਵਿਸ਼ਵਾਸ ਜੋ ਹੈ ਸਾਡਾ ਯਿਸੂ ਮਸੀਹ ਦੇ ਉੱਤੇ ਹੈ। ਅਤੇ ਅਸੀਂ ਇਬਰਾਨੀਆਂ ਦੇ ਖੱਤ ਵਿੱਚ ਵੀ ਪੜ੍ਹਦੇ ਹਾਂ, ਉਹਦੀ ਪਹਿਲੀ ਆਇਤ ਵਿੱਚ, ਕਿ ਜਿਹੜਾ ਇੱਕ ਵਿਸ਼ਵਾਸ ਹੈ ਉਹ ਇੱਕ ਨਿਸ਼ਾਨੀ ਹੈ। ਜਿਹੜੀਆਂ ਚੀਜ਼ਾਂ ਅਸੀਂ ਦੇਖੀਆਂ ਨਹੀਂ, ਉਹਦੀ ਨਿਸ਼ਾਨੀ ਹੈ। ਵਿਸ਼ਵਾਸ ਦੇ ਰਾਹੀਂ ਅਸੀਂ ਜਾਣਦੇ ਹਾਂ ਕਿ ਖੁਦਾਵੰਦ ਨੇ ਦੁਨੀਆ ਨੂੰ ਬਣਾਇਆ। ਵਿਸ਼ਵਾਸ ਦੇ ਰਾਹੀਂ ਅਸੀਂ ਜਾਣਦੇ ਹਾਂ ਕਿ ਯਿਸੂ ਮਸੀਹ ਮੁਰਦਿਆਂ ਤੋਂ ਜਿੰਦਾ ਹੋ ਗਿਆ। ਇਸ ਕਰਕੇ ਸਾਡਾ ਮਸੀਹੀ ਵਿਸ਼ਵਾਸ ਨੇਚਾ ਬਹੁਤ ਹੀ ਜ਼ਰੂਰੀ ਹੈ, ਅਤੇ ਸਾਨੂੰ ਜਾਣਨ ਦੀ ਲੋੜ ਹੈ ਕਿ ਖੁਦਾਵੰਦ ਯਿਸੂ ਮਸੀਹ ਦੇ ਜ਼ਰੀਏ ਹੀ ਸਾਨੂੰ ਇਹ ਨੇਚਾ ਮਿਲਦੀ ਹੈ। ਅਤੇ ਜਿਵੇਂ ਮੈਂ ਕਿਹਾ ਕਿ ਖੁਦਾਵੰਦ ਯਿਸੂ ਮਸੀਹ ਦੇ ਰਾਹੀਂ ਸਾਨੂੰ ਇਹ ਨੇਚਾ ਮਿਲਦੀ ਹੈ। ਅਤੇ ਨੇਚਾ ਸਾਨੂੰ ਕਿਉਂ ਮਿਲਦੀ ਹੈ, ਇਹਦਾ ਰੀਜ਼ਨ ਇਹਦੇ ਪਿੱਛੇ ਕੀ ਹੈ। ਅਤੇ ਮੇਰਾ ਦੂਜੀ ਗੱਲ ਜਿਹੜੀ ਮੈਂ ਕਰਨ ਜਾ ਰਿਹਾ ਹਾਂ ਉਹ ਇਹ ਹੈ ਕਿ ਯਿਸੂ ਮਸੀਹ ਹੀ ਸਾਡੇ ਵਿਸ਼ਵਾਸ ਦਾ ਇੱਕ ਨਾ ਕਿ ਸਰੋਤ ਹੈ, ਪਰ ਖੁਦਾਵੰਦ ਯਿਸੂ ਮਸੀਹ ਸਾਡੇ ਵਿਸ਼ਵਾਸ ਦਾ ਇੱਕ ਉਹ ਅੰਗ ਹੈ ਜਿਹਨੂੰ ਅਸੀਂ ਦੇਖਦੇ ਹਾਂ ਅਤੇ ਜਿਸ ਦੀ ਅਸੀਂ ਉਪਾਸਨਾ ਕਰਦੇ ਹਾਂ। ਅਤੇ ਸਾਡਾ ਜੀਵਨ ਜੋ ਹੈ ਉਹ ਯਿਸੂ ਮਸੀਹ ਦੇ ਆਲੇ ਦੁਆਲੇ ਘੁੰਮਦਾ ਹੈ। ਅਤੇ ਇਹ ਮੇਰਾ ਦੂਜਾ ਪੁਆਇੰਟ ਹੈ ਬੇਸਿਕਲੀ, ਕਿ ਸਾਡੀਆਂ ਜ਼ਿੰਦਗੀਆਂ, ਜੋ ਸਾਡੀ ਵਿਸ਼ਵਾਸੀ ਜ਼ਿੰਦਗੀ ਹੈ, ਉਹ ਯਿਸੂ ਮਸੀਹ ਦੇ ਆਲੇ ਦੁਆਲੇ ਘੁੰਮਦੀ ਹੈ। ਜਿਵੇਂ ਕਿ ਜਿੰਨੇ ਗ੍ਰਹਿ ਸੂਰਜ ਦੇ ਆਲੇ ਦੁਆਲੇ ਘੁੰਮਦੇ ਹਨ, ਉਵੇਂ ਹੀ ਸਾਡੀਆਂ ਜ਼ਿੰਦਗੀਆਂ ਯਿਸੂ ਮਸੀਹ ਦੇ ਆਲੇ ਦੁਆਲੇ ਘੁੰਮਦੀਆਂ ਹਨ। ਕਿਉਂਕਿ ਪੌਲੁਸ ਇਹ ਕਹਿੰਦਾ ਹੈ 18ਵੀਂ ਆਇਤ ਵਿੱਚ ਕਿ ਖੁਦਾਵੰਦ ਨੇ ਸਾਡੀਆਂ ਮਨਾਂ ਦੀਆਂ ਅੱਖਾਂ ਨੂੰ ਕੀ ਖੋਲ੍ਹ ਦਿੱਤਾ, ਅਤੇ ਸਾਨੂੰ ਇੱਕ ਵਿਸ਼ਵਾਸ ਦੇ ਦਿੱਤਾ, ਇੱਕ ਉਮੀਦ ਦੇ ਦਿੱਤੀ, ਜੋ ਕਿ ਸਿਰਫ ਮਸੀਹ ਲੋਕਾਂ ਨੂੰ ਮਿਲਦੀ ਹੈ। ਅਤੇ ਇਸ ਤੋਂ ਸਾਨੂੰ ਪਤਾ ਲੱਗਦਾ ਹੈ ਕਿ ਸਾਡਾ ਜੋ ਵਿਸ਼ਵਾਸ ਹੈ ਉਹ ਯਿਸੂ ਮਸੀਹ ਦੇ ਉੱਤੇ ਹੈ। ਅਤੇ ਸਾਡਾ ਵਿਸ਼ਵਾਸ ਸਾਨੂੰ ਯਿਸੂ ਮਸੀਹ ਦੀ ਉਪਾਸਨਾ ਕਰਨ ਲਈ ਹੌਸਲਾ ਦਿੰਦਾ ਹੈ। ਯਿਸੂ ਮਸੀਹ ਜੋ ਹੈ ਉਹ ਇੱਕ ਦਰਵਾਜ਼ਾ ਹੈ
ਜਿਸ ਦੇ ਦੁਆਰਾ ਭੇਡਾਂ ਅਬਦੀ ਜ਼ਿੰਦਗੀ 'ਚ ਵੜਦੀਆਂ ਹਨ, ਖੁਦਾਵੰਦ ਦੀਆਂ ਭੇਡਾਂ। ਅਤੇ ਯਿਸੂ ਮਸੀਹ ਤੋਂ ਬਿਨਾਂ ਅਸੀਂ ਨਾ ਤਾਂ ਖੁਦਾਵੰਦ ਨੂੰ ਜਾਣ ਸਕਦੇ ਹਾਂ ਅਤੇ ਨਾ ਹੀ ਉਸਦੇ ਰਾਜ ਨੂੰ। ਯਿਸੂ ਮਸੀਹ ਦੀ ਉਪਾਸਨਾ ਕਰਨਾ ਸਾਡੇ ਜੀਵਨ ਦਾ ਮਕਸਦ ਹੈ। ਸਾਡਾ ਮਸੀਹ ਵਿਸ਼ਵਾਸ ਉਸ ਦੀ ਜਿਹੜੀ ਅੰਤਿਮ ਗੱਲ ਇਹੀ ਹੈ ਕਿ ਅਸੀਂ ਖੁਦਾਵੰਦ ਦਾ ਨਾਮ ਜਾਣੀਏ ਅਤੇ ਉਸਦੇ ਨਾਮ ਨੂੰ ਮਹਿਮਾ ਦਈਏ ਅਤੇ ਉਸਦੇ ਨਾਮ ਦੀ ਉਪਾਸਨਾ ਕਰੀਏ ਅਤੇ ਦੂਜੇ ਲੋਕਾਂ ਨੂੰ ਵੀ ਖੁਦਾਵੰਦ ਦੇ ਨਾਮ ਦੇ ਬਾਰੇ ਦੱਸੀਏ। ਅਤੇ ਬਿਨਾਂ ਯਿਸੂ ਮਸੀਹ ਤੋਂ ਸਾਡਾ ਨਾ ਤਾਂ ਵਿਸ਼ਵਾਸ ਹੋ ਸਕਦਾ ਹੈ ਅਤੇ ਨਾ ਹੀ ਅਸੀਂ ਖੁਦਾਵੰਦ ਨੂੰ ਮਹਿਮਾ ਦੇ ਸਕਦੇ ਹਾਂ। ਇਸ ਲਈ ਅਸੀਂ ਕਹਿੰਦੇ ਹਾਂ ਕਿ ਯਿਸੂ ਮਸੀਹ ਨਾ ਹੀ ਸਿਰਫ ਬਚਾਉਂਦਾ ਹੈ, ਪਰ ਉਹ ਸਾਡੀ ਜੀਵਨ ਦਾ ਮਾਲਿਕ ਹੈ ਅਤੇ ਅਸੀਂ ਯਿਸੂ ਮਸੀਹ ਦੇ ਹਾਂ। ਯਿਸੂ ਮਸੀਹ ਆਪਣੀ ਕਲੀਸਿਆ ਦੇ ਵਿੱਚ ਹੈ, ਯਿਸੂ ਮਸੀਹ ਆਪਣੇ ਲੋਕਾਂ ਦੇ ਵਿੱਚ ਹੈ ਅਤੇ ਬਿਨਾਂ ਯਿਸੂ ਮਸੀਹ ਤੋਂ ਅਸੀਂ ਖੁਦਾਵੰਦ ਦੇ ਕੋਲ ਨਹੀਂ ਆ ਸਕਦੇ ਅਤੇ ਖੁਦਾਵੰਦ ਨੂੰ ਨਹੀਂ ਜਾਣ ਸਕਦੇ। ਇਸ ਕਰਕੇ ਸਾਨੂੰ ਇਹ ਜਾਣਨ ਦੀ ਲੋੜ ਹੈ ਕਿ ਯਿਸੂ ਮਸੀਹ ਜੋ ਹੈ ਉਹ ਇੱਕ ਸਾਡੀ ਚੱਟਾਨ ਹੈ। ਬਿਨਾਂ ਯਿਸੂ ਮਸੀਹ ਤੋਂ ਅਸੀਂ ਨਾ ਤਾਂ ਖੜ੍ਹੇ ਹੋ ਸਕਦੇ ਹਾਂ ਆਪਦੀ ਜ਼ਿੰਦਗੀ ਦੇ ਲਈ ਅਤੇ ਨਾ ਹੀ ਚੁਣੇ ਜਾ ਸਕਦੇ ਹਾਂ ਅਤੇ ਨਾ ਹੀ ਬੁਲਾਏ ਜਾ ਸਕਦੇ ਹਾਂ। ਅਤੇ ਯਿਸੂ ਮਸੀਹ ਦੇ ਉੱਤੇ ਨਿਹਚਾ ਹੋਣਾ ਸਾਡਾ ਬਹੁਤ ਹੀ ਜ਼ਰੂਰੀ ਹੈ। ਜਿਨ੍ਹਾਂ ਦਾ ਯਿਸੂ ਮਸੀਹ ਦੇ ਉੱਤੇ ਨਿਹਚਾ ਹੈ, ਜਿਨ੍ਹਾਂ ਦੀ ਯਿਸੂ ਮਸੀਹ ਦੇ ਉੱਤੇ ਨਿਹਚਾ ਹੈ, ਉਹ ਲੋਕ ਬਚਾਏ ਜਾਂਦੇ ਹਨ, ਉਹ ਲੋਕ ਅਪਣਾਏ ਜਾਂਦੇ ਹਨ ਅਤੇ ਉਹ ਲੋਕ ਪਰਮੇਸ਼ਵਰ ਦੇ ਬੇਟੇ ਕਹਿਲਾਏ ਜਾਂਦੇ ਹਨ ਅਤੇ ਸਵਰਗ ਦਾ ਰਾਜ ਉਹਨਾਂ ਦਾ ਹੈ। ਅਤੇ ਹੁਣ ਉਹ ਲੋਕ ਖੁਦਾਵੰਦ ਯਿਸੂ ਮਸੀਹ ਦੀ ਮਹਿਮਾ ਅਤੇ ਉਸਦੇ ਨਾਮ ਨੂੰ ਮਹਿਮਾ ਦਿੰਦੇ ਹਨ। ਅਤੇ ਅਸੀਂ ਦੇਖਦੇ ਹਾਂ ਕਿ ਦੁਨੀਆ ਯਿਸੂ ਮਸੀਹ ਦੇ ਨਾਮ ਨੂੰ ਮਹਿਮਾ ਨਹੀਂ ਦਿੰਦੀ, ਕਿਉਂਕਿ ਦੁਨੀਆ ਦੇ ਕੋਲ ਯਿਸੂ ਮਸੀਹ ਦੇ ਉੱਤੇ ਵਿਸ਼ਵਾਸ ਨਹੀਂ ਹੈ। ਅਤੇ ਜੋ ਲੋਕ ਵਿਸ਼ਵਾਸੀ ਨਹੀਂ ਹਨ, ਜੋ ਲੋਕ ਯਿਸੂ ਮਸੀਹ ਦੇ ਵਿੱਚ ਵਿਸ਼ਵਾਸ ਨਹੀਂ ਕਰਦੇ, ਖੁਦਾਵੰਦ ਯਿਸੂ ਮਸੀਹ ਅਤੇ ਉਸਦੇ ਪਿਤਾ ਦੇ ਉੱਤੇ, ਪਵਿੱਤਰ ਆਤਮਾ ਦੇ ਉੱਤੇ ਵਿਸ਼ਵਾਸ ਨਹੀਂ ਕਰਦੇ, ਉਹਨਾਂ ਲੋਕਾਂ ਦੇ ਕੋਲ ਅਬਦੀ ਜੀਵਨ ਨਹੀਂ ਹੈ ਅਤੇ ਇਸ ਲਈ ਉਹ ਅੰਧਕਾਰ ਵਿੱਚ ਫਸੇ ਹੋਏ ਹਨ। ਅਤੇ ਅਸੀਂ ਧੰਨਵਾਦ ਕਰਦੇ ਹਾਂ ਖੁਦਾਵੰਦ ਦਾ ਕਿ ਸਾਨੂੰ ਉਸਨੇ ਅੰਧਕਾਰ 'ਚੋਂ ਕੱਢ ਕੇ ਆਪਣੇ ਰੌਸ਼ਨੀ ਦੇ ਵਿੱਚ ਲੈ ਆਂਦਾ ਅਤੇ ਹੁਣ ਉਸਨੇ ਸਾਡਾ ਜੀਵਨ ਰੌਸ਼ਮਈ ਕਰ ਦਿੱਤਾ ਹੈ। ਸਾਡਾ ਪਾਪ ਜਾਂਦਾ ਰਿਹਾ ਅਤੇ ਹੁਣ ਜੋ ਸਾਡੀਆਂ ਬੁਰੀਆਂ ਆਦਤਾਂ ਹਨ ਉਹ ਵੀ ਜਾਂਦੀਆਂ ਰਹਿੰਦੀਆਂ ਹਨ। ਇਸ ਲਈ ਖੁਦਾਵੰਦ ਦੇ ਵਿੱਚ ਅਸੀਂ ਚੱਲਦੇ ਹਾਂ, ਖੁਦਾਵੰਦ 'ਤੇ ਵਿਸ਼ਵਾਸ ਰੱਖਦੇ ਹਾਂ, ਉਸਦੇ ਵਚਨ ਦੇ ਉੱਤੇ ਚੱਲਦੇ ਹਾਂ, ਜੋ ਕਿ ਸਾਡੇ ਵਿਸ਼ਵਾਸ ਦੀ ਨਿਸ਼ਾਨੀ ਹੈ। ਜਿਹੜਾ ਕੋਈ ਮਸੀਹ ਕਹਿੰਦਾ ਹੈ ਕਿ ਮੈਂ ਮਸੀਹ ਨੂੰ ਜਾਣਦਾ ਹਾਂ, ਪਰ ਉਸਦਾ ਕੋਈ ਰਿਸ਼ਤਾ ਨਹੀਂ ਹੈ ਖੁਦਾਵੰਦ ਦੇ ਵਚਨ ਦੇ ਨਾਲ, ਉਸਦਾ ਕੋਈ ਰਿਸ਼ਤਾ ਨਹੀਂ ਹੈ ਖੁਦਾਵੰਦ ਦੀ ਕਲੀਸਿਆ ਦੇ ਨਾਲ, ਉਸਦਾ ਕੋਈ ਰਿਸ਼ਤਾ ਨਹੀਂ ਹੈ ਸੰਗਤੀ ਦੇ ਨਾਲ, ਅਤੇ ਉਸਦਾ ਕੋਈ ਰਿਸ਼ਤਾ ਨਹੀਂ ਹੈ ਕਿ ਉਹ ਪਾਪ ਨੂੰ ਆਪਣੀ ਜ਼ਿੰਦਗੀ 'ਚ ਖ਼ਤਮ ਕਰੇ ਅਤੇ ਖੁਦਾਵੰਦ ਦੀ ਪਵਿੱਤਰਤਾ ਨੂੰ ਅਪਣਾਵੇ, ਅਤੇ ਫਿਰ ਉਹ ਕਿਵੇਂ ਕਹਿ ਸਕਦਾ ਹੈ ਉਸਦੇ ਕੋਲ ਵਿਸ਼ਵਾਸ ਹੈ ਮਸੀਹ ਦਾ। ਅੱਜ ਸਾਨੂੰ ਆਪਣੇ ਦਿਲਾਂ ਨੂੰ ਜਾਂਚਣ ਦੀ ਲੋੜ ਹੈ, ਕਿਉਂਕਿ ਜੇ ਅਸੀਂ ਆਪਣੇ ਦਿਲਾਂ ਨੂੰ ਨਹੀਂ ਜਾਂਚਦੇ ਤਾਂ ਫਿਰ ਅਸੀਂ ਕਿਵੇਂ ਕਹਿ ਸਕਦੇ ਹਾਂ ਕਿ ਸਾਡਾ ਵਿਸ਼ਵਾਸ ਯਿਸੂ ਮਸੀਹ 'ਤੇ ਹੈ। ਤੀਜੀ ਗੱਲ ਇਹ ਹੈ ਕਿ ਕਿਉਂਕਿ ਸਾਡਾ ਵਿਸ਼ਵਾਸ ਯਿਸੂ ਮਸੀਹ 'ਤੇ ਹੈ, ਹੁਣ ਸਾਡਾ ਵਿਸ਼ਵਾਸ ਜੋ ਹੈ ਸਾਨੂੰ ਬਲ ਦਿੰਦਾ ਹੈ, ਸਾਨੂੰ ਹੌਸਲਾ ਦਿੰਦਾ ਹੈ ਅਤੇ ਸਾਨੂੰ ਇੱਕ ਅਸ਼ੋਰੈਂਸ ਦਿੰਦਾ ਹੈ, ਅਸ਼ੋਰੈਂਸ, ਕੌਨਫੀਡੈਂਸ ਵੀ ਸਾਨੂੰ ਹੁਣ ਪਤਾ ਹੈ ਜੇ ਅਸੀਂ ਮਸੀਹ ਦੇ ਵਿੱਚ ਹਾਂ, ਮਸੀਹ ਸਾਨੂੰ ਕਦੀ ਵੀ ਤਿਆਗੇਗਾ ਨਹੀਂ ਅਤੇ ਅਸੀਂ ਆਪਣੀ ਮੁਕਤੀ ਕਦੀ ਵੀ ਗਵਾ ਨਹੀਂ ਸਕਦੇ। ਕਈ ਲੋਕਾਂ ਦਾ ਮੰਨਣਾ ਹੈ ਕਿ ਅਸੀਂ ਆਪਣੀ ਮੁਕਤੀ ਗਵਾ ਸਕਦੇ ਹਾਂ। ਬਾਈਬਲ ਦੇ ਵਿੱਚ ਐਕਚੁਅਲੀ ਇੱਦਾਂ ਦੀ ਗੱਲ ਕਿਤੇ ਨਹੀਂ ਲਿਖੀ ਸੀ ਕਿ ਅਸੀਂ ਆਪਣੀ ਮੁਕਤੀ ਗਵਾ ਸਕਦੇ ਹਾਂ। ਕਿਉਂ? ਯਹੂਨਾ ਦੀ ਇੰਜੀਲ ਉਸਦਾ 17ਵਾਂ ਅਧਿਆਇ, ਉਸ ਦੇ ਵਿੱਚ ਯਿਸੂ ਮਸੀਹ ਕਹਿੰਦਾ ਹੈ ਆਪਣੇ ਪਿਤਾ ਨੂੰ ਕਿ ਉਹ ਸਾਰੇ ਲੋਕਾਂ ਨੂੰ ਜਿਨ੍ਹਾਂ ਨੂੰ ਤੂੰ ਮੈਨੂੰ ਦੇ ਦਿੱਤਾ ਹੈ, ਮੈਂ ਉਹਨਾਂ ਨੂੰ ਕਦੇ ਵੀ ਗਵਾ ਨਹੀਂ ਸਕਦਾ। ਇਹ ਕਿੰਨੀ ਮਹਾਨ ਗੱਲ ਹੈ ਜੋ ਯਿਸੂ ਮਸੀਹ ਕਹਿੰਦਾ ਹੈ। ਯਹੂਨਾ ਦੀ ਇੰਜੀਲ ਉਸਦਾ 17ਵਾਂ ਅਧਿਆਇ ਜਦੋਂ ਤੁਸੀਂ ਪੜ੍ਹਦੇ ਹੋ ਅਤੇ ਤੁਹਾਨੂੰ ਪਤਾ ਲੱਗਦਾ ਹੈ ਕਿ ਖੁਦਾਵੰਦ ਯਿਸੂ ਮਸੀਹ ਆਪਣੇ ਚੇਲਿਆਂ ਦੇ ਨਹੀਂ ਬਲਕਿ ਉਹਨਾਂ ਲੋਕਾਂ ਲਈ ਵੀ ਪ੍ਰਾਰਥਨਾ ਕਰਦਾ ਹੈ ਜੋ ਕਿ ਵਿਸ਼ਵਾਸੀ ਲੋਕ ਹਨ, ਜੋ ਕਿ ਵਿਸ਼ਵਾਸੀ ਲੋਕ ਹੁਣ 2020 ਦੇ ਵਿੱਚ 2021 ਦੇ ਵਿੱਚ ਜ਼ਿੰਦਾ ਹਨ। ਅਤੇ ਖੁਦਾਵੰਦ ਕਹਿੰਦਾ ਹੈ ਕਿ ਮੈਂ ਉਹਨਾਂ ਲੋਕਾਂ ਨੂੰ ਕਦੇ ਵੀ ਆਪਣੇ ਹੱਥਾਂ ਵਿੱਚੋਂ ਨਿਕਲਣ ਨਹੀਂ ਦੇਵਾਂਗਾ ਜੋ ਕਿ ਵਿਸ਼ਵਾਸੀ ਹਨ, ਜਿਨ੍ਹਾਂ ਦਾ ਵਿਸ਼ਵਾਸ ਮੇਰੇ ਉੱਤੇ ਹੈ। ਅਤੇ ਫਿਰ ਕਈ ਲੋਕ ਕਿਵੇਂ ਕਹਿ ਲੈਂਦੇ ਹਨ ਕਿ ਉਹ ਆਪਣੀ ਮੁਕਤੀ ਨੂੰ ਗਵਾ ਸਕਦੇ ਹਨ।
ਕੋਈ ਵੀ ਇਨਸਾਨ ਆਪਣੀ ਮੁਕਤੀ ਨੂੰ ਨਹੀਂ ਗਵਾ ਸਕਦਾ ਜੇ ਉਹਨਾਂ ਦਾ ਵਿਸ਼ਵਾਸ ਯਿਸੂ ਮਸੀਹ ਦੇ ਉੱਤੇ ਹੈ। ਹਾਂ, ਇਹ ਮੈਂ ਜ਼ਰੂਰ ਕਹਾਂਗਾ ਕਿ ਚਰਚ ਦੇ ਵਿੱਚ, ਕਲੀਸਿਆਵਾਂ ਦੇ ਵਿੱਚ ਇੱਦਾਂ ਦੇ ਲੋਕ ਹਨ ਜੋ ਕਿ ਨਾਮ ਦੇ ਵਿਸ਼ਵਾਸੀ ਹਨ, ਜੋ ਕਿ ਮੂੰਹ ਦੇ ਨਾਲ ਤਾਂ ਕਹਿੰਦੇ ਹਨ ਅਸੀਂ ਵਿਸ਼ਵਾਸੀ ਹਾਂ, ਇਨਫੈਕਟ ਉਹ ਬਚਾਏ ਨਹੀਂ ਹੋਏ। ਕਿਉਂਕਿ ਯਿਸੂ ਮਸੀਹ ਕਹਿੰਦਾ ਹੈ ਕਿ ਬੁਲਾਏ ਤਾਂ ਕਈ ਗਏ ਹਨ ਪਰ ਚੁਣੇ ਥੋੜ੍ਹੇ ਹੋਏ ਹਨ। ਇਸ ਕਰਕੇ ਸਾਨੂੰ ਅੱਜ ਆਪਣੇ ਦਿਲਾਂ ਨੂੰ ਜਾਂਚਣ ਦੀ ਲੋੜ ਹੈ ਕਿ ਸਾਡਾ ਵਿਸ਼ਵਾਸ ਯਿਸੂ ਮਸੀਹ ਦੇ ਉੱਤੇ ਹੈ ਜਾਂ ਕਿ ਸਾਡਾ ਵਿਸ਼ਵਾਸ ਸਾਡੀਆਂ ਆਪਣੀਆਂ ਮਨ ਘੜਤ ਗੱਲਾਂ ਉੱਤੇ ਹੈ। ਅਸੀਂ ਕਈ ਵਾਰੀ ਬਾਈਬਲ ਪੜ੍ਹਦੇ ਹਾਂ ਅਤੇ ਅਸੀਂ ਆਪਣੇ ਜੋ ਇੱਕ ਡਿਸੀਜ਼ਨ ਜੋ ਹੁੰਦਾ ਹੈ ਬਾਈਬਲ ਦਾ, ਜੋ ਕਿ ਉਸ ਦੀ ਸਿੱਖਿਆ ਹੁੰਦੀ ਹੈ, ਉਹ ਅਸੀਂ ਆਪਣੇ ਹਿਸਾਬ ਦੇ ਨਾਲ ਬਣਾ ਲੈਂਦੇ ਹਾਂ ਅਤੇ ਉਹ ਝੂਠ ਉੱਤੇ ਅਸੀਂ ਚੱਲਣਾ ਸ਼ੁਰੂ ਕਰ ਦਿੰਦੇ ਹਾਂ। ਹਾਲਾਂਕਿ ਬਾਹਰੋਂ ਤਾਂ ਸ਼ਾਇਦ ਅਸੀਂ ਲੱਗੀਏ ਮਸੀਹ ਹਾਂ, ਪਰ ਅੰਦਰੋਂ ਅਸੀਂ ਮਸੀਹ ਨਹੀਂ ਹੁੰਦੇ। ਅਤੇ ਅੱਜ ਸਾਨੂੰ ਇੱਕ ਇਹ ਗੱਲ ਜਾਂਚਣ ਦੀ ਲੋੜ ਹੈ ਵੀ ਜਿਹੜੇ ਸੱਚੇ ਮਸੀਹ ਹਨ ਉਹਨਾਂ ਦਾ ਵਿਸ਼ਵਾਸ ਯਿਸੂ ਮਸੀਹ ਦੇ ਉੱਤੇ ਹੈ। ਜਿਹੜੇ ਨਾਮ ਦੇ ਮਸੀਹ ਹਨ ਉਹਨਾਂ ਦਾ ਐਕਚੁਅਲੀ ਵਿਸ਼ਵਾਸ ਯਿਸੂ ਮਸੀਹ ਦੇ ਉੱਤੇ ਨਹੀਂ ਹੈ। ਉਹਨਾਂ ਦਾ ਵਿਸ਼ਵਾਸ ਆਪਣੀਆਂ ਮਨ ਘੜਤ ਗੱਲਾਂ ਉੱਤੇ ਹੁੰਦਾ ਹੈ, ਜੋ ਕਿ ਉਹ ਬਾਈਬਲ ਨੂੰ ਤੋੜ ਮਰੋੜ ਕੇ ਇੱਕ ਇੱਦਾਂ ਦਾ ਵਿਸ਼ਵਾਸ ਬਣਾ ਲੈਂਦੇ ਹਨ ਜੋ ਕਿ ਉਹਨਾਂ ਨੂੰ ਇਹ ਤਾਂ ਸਾਬਿਤ ਕਰ ਦਿੰਦਾ ਹੈ ਦੁਨੀਆ ਵਿੱਚ ਸ਼ਾਇਦ ਉਹ ਮਸੀਹ ਹਨ, ਪਰ ਖੁਦਾਵੰਦ ਦੀ ਨਜ਼ਰਾਂ ਵਿੱਚ ਉਹ ਮਸੀਹ ਨਹੀਂ ਹੁੰਦੇ। ਪਰ ਸਾਨੂੰ ਇਹ ਜਾਣਨ ਦੀ ਲੋੜ ਹੈ ਕਿ ਜੇ ਸਾਡਾ ਵਿਸ਼ਵਾਸ ਸੱਚਾ ਹੈ ਮਸੀਹ ਦੇ ਉੱਤੇ ਅਤੇ ਮਸੀਹ ਦੇ ਵਚਨ ਦੇ ਉੱਤੇ, ਅਸੀਂ ਕਦੀ ਵੀ ਆਪਣੀ ਮੁਕਤੀ ਨਹੀਂ ਗਵਾ ਸਕਦੇ, ਕਿਉਂਕਿ ਸਾਡੀ ਮੁਕਤੀ ਜੋ ਹੈ ਯਿਸੂ ਮਸੀਹ ਦੇ ਵੱਲੋਂ ਆਉਂਦੀ ਹੈ, ਨਾ ਕਿ ਆਪਣੇ ਕੰਮਾਂ ਵੱਲੋਂ। ਜਿਵੇਂ ਕਿ ਮੈਂ ਪਿਛਲੇ ਹਫ਼ਤੇ ਵੀ ਕਿਹਾ ਕਿ ਅਸੀਂ ਆਪਣੇ ਕੰਮਾਂ ਕਰਕੇ ਨਹੀਂ ਬਚਾਏ ਜਾਂਦੇ, ਅਸੀਂ ਖੁਦਾਵੰਦ ਯਿਸੂ ਮਸੀਹ ਦੇ ਜੋ ਉਸਨੇ ਖੂਨ ਡੋਲਿਆ ਸਲੀਬ ਦੇ ਉੱਤੇ ਅਤੇ ਜੋ ਉਸਨੇ ਸਾਡੇ ਪਾਪਾਂ ਦਾ ਪ੍ਰਾਸ਼ਚਿਤ ਕੀਤਾ, ਜਦੋਂ ਹੁਣ ਉਸਨੇ ਸਾਡੇ ਪਾਪਾ ਦਾ ਕਰਜ਼ਾ ਅਦਾ ਕਰ ਦਿੱਤਾ ਹੈ ਅਤੇ ਖੁਦਾਵੰਦ ਸਾਡੇ ਕੋਲ ਕਰਜ਼ਾ ਉਹ ਕਿਵੇਂ ਲੈ ਸਕਦਾ ਹੈ? ਫਿਰ ਇੱਕ ਗੱਲ ਦੇਖਣ ਦੀ ਲੋੜ ਹੈ, ਕਿਉਂਕਿ ਖੁਦਾਵੰਦ ਜੋ ਹੈ, ਪਿਤਾ ਪਰਮੇਸ਼ਵਰ ਜੋ ਹੈ, ਉਹ ਇੱਕ ਨਿਆਂ ਕਰਨ ਵਾਲਾ ਖੁਦਾਵੰਦ ਹੈ, ਉਹ ਇੱਕ ਨਿਆਂਈ ਹੈ, ਉਹ ਇੱਕ ਜੱਜ ਹੈ। ਅਤੇ ਜੱਜ ਨੂੰ ਜੇ ਅਸੀਂ ਮੋਹਰੇ ਜਾਂਦੇ ਹਾਂ ਅਤੇ ਸਾਡਾ ਜੇ ਕਰਜ਼ਾ ਕੋਈ ਪੇ ਕਰ ਦਿੰਦਾ ਹੈ, ਕੋਈ ਅਦਾ ਕਰ ਦਿੰਦਾ ਹੈ, ਅਤੇ ਫਿਰ ਉਹ ਜੱਜ ਸਾਡੇ ਕੋਲ ਉਹ ਕੀਮਤ ਥੋੜ੍ਹੀ ਲਵੇਗਾ, ਉਹ ਕੀਮਤ ਅਦਾ ਹੋ ਗਈ ਹੈ ਅਤੇ ਕੀਮਤ ਸਾਡੀ ਯਿਸੂ ਮਸੀਹ ਨੇ ਅਦਾ ਕਰ ਦਿੱਤੀ ਹੈ। ਸਾਡੇ ਪਾਪਾਂ ਦਾ ਕਰਜ਼ਾ ਯਿਸੂ ਮਸੀਹ ਨੇ ਅਦਾ ਕਰ ਦਿੱਤਾ ਹੈ। ਇਸ ਕਰਕੇ ਅਸੀਂ ਆਪਣੀ ਜਿਹੜੀ ਪਵਿੱਤਰਤਾ ਹੀ ਹੈ ਉਹ ਸਾਡੀ ਆਪਣੀ ਨਹੀਂ ਹੈ, ਉਹ ਖੁਦਾਵੰਦ ਯਿਸੂ ਮਸੀਹ ਦੇ ਕੋਲੋਂ ਆਉਂਦੀ ਹੈ ਅਤੇ ਖੁਦਾਵੰਦ ਯਿਸੂ ਮਸੀਹ ਦੀ ਪਵਿੱਤਰਤਾ ਦੇ ਨਾਲ ਹੀ ਅਸੀਂ ਸਵਰਗ ਦੇ ਵਿੱਚ ਦਾਖਲ ਹੁੰਦੇ ਹਾਂ, ਖੁਦਾਵੰਦ ਦੇ ਰਾਜ ਦੇ ਵਿੱਚ ਦਾਖਲ ਹੁੰਦੇ ਹਾਂ। ਅਤੇ ਫਿਰ ਅਸੀਂ ਕਿਵੇਂ ਆਪਣੀ ਮੁਕਤੀ ਗਵਾ ਸਕਦੇ ਹਾਂ ਜਦ ਕਿ ਮੁਕਤੀ ਜੋ ਹੈ ਖੁਦਾਵੰਦ ਯਿਸੂ ਮਸੀਹ ਖੁਦ ਆਪ ਹੈ। ਇਸ ਲਈ ਸਾਡਾ ਵਿਸ਼ਵਾਸ ਯਿਸੂ ਮਸੀਹ 'ਤੇ ਹੋਣਾ ਬਹੁਤ ਹੀ ਜ਼ਰੂਰੀ ਹੈ। ਕਈ ਵਾਰੀ ਜਿਵੇਂ ਮੈਂ ਕਿਹਾ ਸਾਡਾ ਵਿਸ਼ਵਾਸ ਡਾਵਾਂਡੋਲ ਹੋ ਜਾਂਦਾ ਹੈ ਅਤੇ ਖੁਦਾਵੰਦ ਜਾਣਦਾ ਹੈ ਕਿ ਅਸੀਂ ਕਮਜ਼ੋਰ ਹਾਂ ਅਤੇ ਅਸੀਂ ਕਮਜ਼ੋਰ ਹਾਂ, ਅਸੀਂ ਕਈ ਵਾਰੀ ਪਾਪ 'ਚ ਡਿੱਗ ਜਾਂਦੇ ਹਾਂ ਅਤੇ ਖੁਦਾਵੰਦ ਮਾਫ਼ ਵੀ ਕਰਦਾ ਹੈ ਜੇ ਅਸੀਂ ਖੁਦਾਵੰਦ ਕੋਲ ਆਉਂਦੇ ਹਾਂ, ਮਾਫ਼ੀ ਮੰਗਦੇ ਹਾਂ ਅਤੇ ਖੁਦਾਵੰਦ ਕੀ ਸਾਨੂੰ ਮਾਫ਼ ਕਰਦਾ ਹੈ। ਅਤੇ ਅੰਤ ਵਿੱਚ ਮੈਂ ਇਹੀ ਕਹਿਣਾ ਚਾਹੁੰਦਾ ਹਾਂ ਕਿ ਸਾਡਾ ਵਿਸ਼ਵਾਸ ਜੋ ਹੈ ਉਹ ਯਿਸੂ ਮਸੀਹ 'ਤੇ ਹੋਣਾ ਚਾਹੀਦਾ ਹੈ ਅਤੇ ਸਾਡਾ ਵਿਸ਼ਵਾਸ ਸਾਨੂੰ ਬਲ ਦਿੰਦਾ ਹੈ, ਸਾਨੂੰ ਹੌਸਲਾ ਦਿੰਦਾ ਹੈ ਅਤੇ ਸਾਨੂੰ ਦਿਖਾਉਂਦਾ ਹੈ ਕਿ ਅਸੀਂ ਵਾਕਈ ਹੀ ਬਚਾਏ ਹੋਏ ਲੋਕ ਹਾਂ। ਪਰ ਕਈ ਵਿਸ਼ਵਾਸ ਇੱਦਾਂ ਦੇ ਹੁੰਦੇ ਹਨ ਜੋ ਕਿ ਸੱਚੇ ਵਿਸ਼ਵਾਸ ਨਹੀਂ ਹੁੰਦੇ ਚਰਚਾਂ ਦੇ ਵਿੱਚ ਵੀ, ਅਤੇ ਸਾਨੂੰ ਆਪਣੇ ਦਿਲਾਂ ਨੂੰ ਜਾਂਚਣ ਦੀ ਲੋੜ ਹੈ। ਸਾਨੂੰ ਆਪਣੀ ਜੇ ਅਸੀਂ ਪਾਪ 'ਚ ਫਸੇ ਹਾਂ, ਖੁਦਾਵੰਦ ਕਹਿੰਦਾ ਹੈ ਕਿ ਮੇਰੇ ਕੋਲ ਆਓ ਅਤੇ ਆਪਣੇ ਪਾਪਾਂ ਦੀ ਮਾਫ਼ੀ ਮੰਗੋ ਅਤੇ ਮੈਂ ਤੁਹਾਡੇ ਭਾਰ ਨੂੰ ਹਲਕਾ ਕਰ ਦੇਵਾਂਗਾ, ਮੈਂ ਤੁਹਾਨੂੰ ਬਚਾ ਲਵਾਂਗਾ। ਖੁਦਾਵੰਦ ਯਿਸੂ ਮਸੀਹ ਕਹਿੰਦਾ ਹੈ ਕਿ ਜਿਹੜਾ ਕੋਈ ਮੇਰੇ ਕੋਲ ਆਉਂਦਾ ਹੈ ਮੈਂ ਉਸ ਨੂੰ ਕਦੀ ਵੀ ਨਕਾਰਦਾ ਨਹੀਂ ਹਾਂ। ਇਸ ਕਰਕੇ ਖੁਦਾਵੰਦ ਯਿਸੂ ਮਸੀਹ ਦੇ ਕੋਲ ਆਵੋ ਅਤੇ ਖੁਦਾਵੰਦ ਦੇ ਕੋਲ ਮਾਫ਼ੀ ਮੰਗੋ ਅਤੇ ਖੁਦਾਵੰਦ ਦੇ ਕੋਲ ਆਪਣੀ ਜ਼ਿੰਦਗੀ ਮੰਗੋ, ਉਹ ਦਿੰਦਾ ਹੈ। ਕੁਛ ਹੋਰ ਗੱਲਾਂ ਜੋ ਮੈਂ ਅੰਤ ਵਿੱਚ ਇਹ ਕਹਿਣਾ ਚਾਹੁੰਦਾ ਹਾਂ ਕਿ ਜੇ ਤੁਹਾਡਾ ਵਿਸ਼ਵਾਸ ਕਮਜ਼ੋਰ ਹੈ, ਖੁਦਾਵੰਦ ਦੇ ਕੋਲ ਆਵੋ ਅਤੇ ਖੁਦਾਵੰਦ ਨੂੰ ਕਹੋ, ਖੁਦਾਵੰਦ ਮੈਨੂੰ ਵਿਸ਼ਵਾਸ ਦੇ, ਮੈਨੂੰ ਆਪਣੇ ਨਾਂ ਦੇ ਵਿੱਚ ਇੱਕ ਹੌਸਲਾ ਦੇ ਅਤੇ ਭਰੋਸਾ ਦੇ, ਤਾਂ ਕਿ ਮੈਂ ਤੇਰੇ ਕਹੀਆਂ ਹੋਈਆਂ ਗੱਲਾਂ 'ਤੇ ਚੱਲ ਸਕਾਂ ਅਤੇ ਖੁਦਾਵੰਦ ਤੇਰੇ ਨਾਲ ਮੈਂ ਹਮੇਸ਼ਾ ਦੇ ਲਈ ਰਵਾਂ। ਜੇ ਤੁਹਾਡਾ ਵਿਸ਼ਵਾਸ ਪੱਕਾ ਹੈ ਅਤੇ ਤੁਸੀਂ ਦੂਸਰੇ ਮਸੀਹ ਲੋਕਾਂ ਨੂੰ ਹੌਸਲਾ ਦਿਓ ਕਿ ਉਹ ਵੀ ਵਿਸ਼ਵਾਸ 'ਚ ਪੱਕੇ ਚੱਲਣ, ਉਹਨਾਂ ਨੂੰ ਇੱਕ ਨੀਵੀਂ ਨਜ਼ਰ ਦੇ ਨਾਲ ਨਾ ਦੇਖੋ ਦੂਜੇ ਲੋਕਾਂ ਨੂੰ, ਜਿਹੜੇ ਕਿ ਮਸੀਹ ਲੋਕ ਕਈ ਵਾਰੀ ਇੰਨੇ ਨਹੀਂ ਹੌਸਲੇ ਵਾਲੇ ਹੁੰਦੇ, ਉਹਨਾਂ ਦੇ ਨਾਲ ਤੁਸੀਂ ਹਲੀਮੀ ਦੇ ਨਾਲ ਪੇਸ਼ ਆਵੋ, ਉਹਨਾਂ ਨੂੰ ਹੌਸਲਾ ਦੇਵੋ,
ਉਹਨਾਂ ਦੇ ਨਾਲ ਬੈਠ ਕੇ ਪ੍ਰਾਰਥਨਾ ਕਰੋ, ਉਹਨਾਂ ਨੂੰ ਤਸੱਲੀ ਦੇਵੋ, ਉਹਨਾਂ ਦੇ ਨਾਲ ਬੈਠ ਕੇ ਖੁਦਾਵੰਦ ਦੀ ਮਹਿਮਾ ਦੇ ਗੀਤ ਗਾਵੋ, ਉਹਨਾਂ ਨੂੰ ਵਚਨ ਵਿੱਚੋਂ ਦੱਸੋ, ਕਿਉਂਕਿ ਇੱਦਾਂ ਹੀ ਅਸੀਂ ਆਪਣੇ ਮਸੀਹ ਭਾਈ ਭੈਣਾਂ ਨੂੰ ਇਨਕਰੇਜ ਕਰਦੇ ਹਾਂ ਵਿਸ਼ਵਾਸ ਦੇ ਵਿੱਚ। ਜੇ ਤੁਹਾਨੂੰ ਲੱਗਦਾ ਹੈ ਕਿ ਤੁਹਾਡਾ ਵਿਸ਼ਵਾਸ ਸੱਚਾ ਨਹੀਂ ਹੈ, ਅਤੇ ਖੁਦਾਵੰਦ ਅੱਜ ਕਹਿੰਦਾ ਹੈ ਕਿ ਮੈਂ ਤੁਹਾਨੂੰ ਸੱਚਾ ਵਿਸ਼ਵਾਸ ਦੇ ਸਕਦਾ ਹਾਂ ਜੇ ਤੁਸੀਂ ਮੇਰੇ ਵੱਲ ਆਉਂਦੇ ਹੋ। ਖੁਦਾਵੰਦ ਯਿਸੂ ਮਸੀਹ ਚੰਗਾ ਹੈ ਅਤੇ ਮਾਫ਼ ਕਰਦਾ ਹੈ ਅਤੇ ਉਹ ਭਲਾ ਹੈ, ਅਤੇ ਖੁਦਾਵੰਦ ਯਿਸੂ ਮਸੀਹ ਚਾਹੁੰਦਾ ਹੈ ਕਿ ਤੁਸੀਂ ਉਸਦੇ ਵਚਨ ਉੱਤੇ ਵਿਸ਼ਵਾਸ ਕਰੋ। ਕਿਉਂਕਿ ਯਿਸੂ ਮਸੀਹ ਜ਼ਿੰਦਾ ਹੈ। ਯਿਸੂ ਮਸੀਹ ਜ਼ਿੰਦਾ ਹੈ। ਖੁਦਾਵੰਦ ਉਸਦੇ ਪਿਤਾ ਨੇ ਯਿਸੂ ਮਸੀਹ ਨੂੰ ਜ਼ਿੰਦਾ ਕਰ ਦਿੱਤਾ। ਯਿਸੂ ਮਸੀਹ ਹੁਣ ਖੁਦਾਵੰਦ ਦੇ ਸੱਜੇ ਹੱਥ ਬੈਠਾ ਹੋਇਆ ਹੈ, ਜਿਸ ਨੂੰ ਉਸਦੇ ਪਿਤਾ ਨੇ ਸਭ ਦੁਨੀਆ ਉੱਤੇ ਅਖਤਿਆਰ ਦੇ ਦਿੱਤਾ ਹੈ, ਅਤੇ ਉਸ ਨੇ ਯਿਸੂ ਮਸੀਹ ਨੂੰ ਕਲੀਸਿਆ ਦਾ ਸਿਰ ਬਣਾ ਦਿੱਤਾ ਹੈ, ਉਸਦਾ ਹੈੱਡ ਬਣਾ ਦਿੱਤਾ ਹੈ। ਜਿੱਦਾਂ ਅਸੀਂ ਕਹਿੰਦੇ ਇੰਗਲਿਸ਼ ਵਿੱਚ ਵੀ ਜੀਸਸ ਕ੍ਰਾਈਸਟ ਜੋ ਹੈ ਉਹ ਇੱਕ ਚਰਚ ਦਾ ਕੀ ਹੈੱਡ ਹੈ। ਕੋਈ ਪੋਪ ਹੈੱਡ ਨਹੀਂ ਹੈ, ਕੋਈ ਪਾਸਟਰ ਹੈੱਡ ਨਹੀਂ ਹੈ ਚਰਚ ਦਾ। ਚਰਚ ਦਾ ਸਿਰਫ ਜਿਹੜਾ ਇੱਕ ਹੈੱਡ ਹੈ, ਮੁਖੀਆ ਹੈ, ਉਹ ਕੌਣ ਹੈ? ਯਿਸੂ ਮਸੀਹ। ਅਤੇ ਇਸ ਕਰਕੇ ਸਾਨੂੰ ਯਿਸੂ ਮਸੀਹ ਦੀ ਗੱਲ ਨੂੰ ਸੁਣਨਾ ਚਾਹੀਦਾ ਹੈ। ਅਤੇ ਇੱਕ ਇਹ ਗੱਲ ਬਹੁਤ ਹੀ ਜ਼ਰੂਰੀ ਹੈ, ਜਿੱਧਰ ਸਿਰ ਜਾਂਦਾ ਹੈ ਉੱਧਰ ਹੀ ਸਰੀਰ ਜਾਂਦਾ ਹੈ। ਅਤੇ ਸਾਡੀਆਂ ਜ਼ਿੰਦਗੀਆਂ ਕਿੱਧਰ ਜਾ ਰਹੀਆਂ ਹਨ? ਜੇ ਸਾਡੀਆਂ ਜ਼ਿੰਦਗੀਆਂ ਖੁਦਾਵੰਦ ਯਿਸੂ ਮਸੀਹ ਦੇ ਵਚਨ ਉੱਤੇ ਚੱਲਦੀਆਂ ਹਨ, ਅਤੇ ਸਾਨੂੰ ਪਤਾ ਲੱਗਦਾ ਹੈ ਕਿ ਅਸੀਂ ਯਿਸੂ ਮਸੀਹ ਦੇ ਨਾਲ ਜੁੜੇ ਹਾਂ, ਅਤੇ ਯਿਸੂ ਮਸੀਹ ਜਿੱਧਰ ਸਾਨੂੰ ਲੈ ਕੇ ਜਾਂਦਾ ਹੈ ਉੱਧਰ ਹੀ ਅਸੀਂ ਜਾਂਦੇ ਹਾਂ। ਜਿੱਧਰ ਸਿਰ ਜਾਂ ਮੂੰਹ ਘੁੰਮਦਾ ਹੈ ਉੱਧਰ ਹੀ ਸਰੀਰ ਜਾਂਦਾ ਹੈ। ਅਤੇ ਜੇ ਸਾਡਾ ਸਰੀਰ, ਸਾਡੀਆਂ ਭਾਵਨਾਵਾਂ ਜੇ ਦੁਨਿਆਵੀ ਚੀਜ਼ਾਂ ਵੱਲ ਜਾ ਰਹੀਆਂ ਹਨ, ਅਤੇ ਅਸੀਂ ਦੁਨੀਆ ਦੇ ਪਾਪਾਂ ਦੇ ਵਿੱਚ ਫਸੇ ਹੋਏ ਹਾਂ, ਅਤੇ ਸਾਡਾ ਯਿਸੂ ਮਸੀਹ ਦੇ ਨਾਲ ਕੋਈ ਰਿਸ਼ਤਾ ਨਹੀਂ ਹੈ, ਜਿਨ੍ਹਾਂ ਚੀਜ਼ਾਂ ਦਾ ਯਿਸੂ ਮਸੀਹ ਦੇ ਨਾਲ ਰਿਸ਼ਤਾ ਨਹੀਂ ਹੈ, ਜੇ ਸਾਡਾ ਰਿਸ਼ਤਾ ਉਹਨਾਂ ਚੀਜ਼ਾਂ ਨਾਲ ਹੈ, ਅਤੇ ਸਾਨੂੰ ਫਿਰ ਪਤਾ ਲੱਗ ਜਾਂਦਾ ਹੈ ਕਿ ਅਸੀਂ ਸ਼ਾਇਦ ਖੁਦਾਵੰਦ ਯਿਸੂ ਮਸੀਹ ਦੇ ਵਿੱਚ ਨਹੀਂ ਹਾਂ। ਪਰ ਇਸ ਦਾ ਕਹਿਣ ਦਾ ਮਤਲਬ ਇਹ ਵੀ ਨਹੀਂ ਹੈ ਵੀ ਕਈ ਵਾਰੀ ਵਿਸ਼ਵਾਸੀ ਲੋਕ ਵੀ ਪਾਪ 'ਚ ਡਿੱਗ ਸਕਦੇ ਹਨ, ਕਿਉਂਕਿ ਅਸੀਂ ਇਸ ਸਰੀਰ ਵਿੱਚ ਰਹਿੰਦੇ ਹਾਂ। ਹਾਲੇ ਸਾਡਾ ਇਹ ਪਾਪ ਦਾ ਸਰੀਰ ਹੈ। ਹਾਲਾਂਕਿ ਸਾਨੂੰ ਮਾਫੀ ਮਿਲ ਗਈ ਹੈ, ਨਵਾਂ ਜੀਵਨ ਮਿਲ ਗਿਆ ਹੈ, ਸਾਡੇ ਸਰੀਰਾਂ ਨੂੰ ਖੁਦਾਵੰਦ ਨੇ ਹਾਲੇ ਨਵਾਂ ਨਹੀਂ ਕੀਤਾ। ਸਾਡਾ ਸਰੀਰ ਉਦੋਂ ਨਵਾਂ ਹੋਵੇਗਾ ਜਦੋਂ ਅਸੀਂ ਮਸੀਹ ਦੇ ਵਿੱਚ ਜਿੰਦੇ ਕੀਤੇ ਜਾਵਾਂਗੇ। ਜਿਸ ਦਿਨ ਯਿਸੂ ਮਸੀਹ ਆ ਗਿਆ ਵਾਪਸ, ਉਸ ਦਿਨ ਸਾਡੇ ਸਰੀਰ ਨੇ ਵੀ ਨਵੇਂ ਹੋ ਜਾਣਾ ਹੈ। ਤਦ ਤੱਕ ਯਿਸੂ ਮਸੀਹ ਕਹਿੰਦਾ ਹੈ ਕਿ ਵਿਸ਼ਵਾਸ ਵਿੱਚ ਬਣੇ ਰਹੋ ਅਤੇ ਪਾਪ ਨੂੰ ਮਾਰਦੇ ਰਹੋ ਆਪਣੇ ਸਰੀਰ ਦੇ ਵਿੱਚ। ਪੌਲੁਸ ਕਹਿੰਦਾ ਹੈ ਕਿ ਮੈਂ ਆਪਣੇ ਸਰੀਰ ਨੂੰ ਆਪਣੇ ਅਖਤਿਆਰ ਵਿੱਚ ਰੱਖਦਾ ਹਾਂ, ਤਾਂ ਕਿ ਸਰੀਰ ਮੇਰੇ ਉੱਤੇ ਅਖਤਿਆਰ ਨਾ ਹੋ ਜਾਵੇ। ਕਈ ਵਾਰੀ ਸਾਡਾ ਸਰੀਰ, ਸਾਡਾ ਦਿਮਾਗ ਸਾਡੇ ਉੱਤੇ ਅਖਤਿਆਰ ਰੱਖਣ ਲੱਗ ਪੈਂਦਾ ਹੈ, ਅਤੇ ਅਸੀਂ ਪਾਪ ਵਿੱਚ ਡਿੱਗ ਜਾਂਦੇ ਹਾਂ। ਇਸੇ ਲਈ ਖੁਦਾਵੰਦ ਯਿਸੂ ਮਸੀਹ ਕਹਿੰਦਾ ਹੈ ਵੀ ਮੇਰੇ ਵਿੱਚ ਬਣੇ ਰਹੋ। ਅਤੇ ਜੇ ਤੁਹਾਡੀ ਨਿਹਚਾ ਮੇਰੇ ਉੱਤੇ ਹੈ, ਜਦੋਂ ਪਰਤਾਵਾ ਆਉਂਦਾ ਹੈ ਤੁਹਾਡੀ ਜ਼ਿੰਦਗੀ ਵਿੱਚ, ਪਾਪ ਦਾ ਸਾਹਮਣਾ ਹੁੰਦਾ ਹੈ, ਉਦੋਂ ਤੁਸੀਂ ਪਾਪ ਦੇ ਮੋਰਿਓਂ ਭੱਜ ਜਾਓ, ਖੁਦਾਵੰਦ ਯਿਸੂ ਮਸੀਹ ਦੇ ਪਿੱਛੇ ਖੜ੍ਹੇ ਹੋ ਜਾਓ, ਕਿਉਂਕਿ ਯਿਸੂ ਮਸੀਹ ਹੀ ਪਰਤਾਵੇ ਨੂੰ ਝੇਲ ਲੈਂਦਾ ਹੈ ਅਤੇ ਉਹ ਪਰਤਾਵੇ ਨੂੰ ਜਿੱਤਦਾ ਹੈ। ਇਸ ਕਰਕੇ ਯਿਸੂ ਮਸੀਹ ਨੇ ਇੱਕ ਵੀ ਪਾਪ ਨਹੀਂ ਕੀਤਾ ਜਦੋਂ ਯਿਸੂ ਮਸੀਹ ਪਰਤਾਇਆ ਗਿਆ, ਅਤੇ ਹੁਣ ਅਸੀਂ ਯਿਸੂ ਮਸੀਹ ਦੀ ਪਵਿੱਤਰਤਾ ਦੇ ਵਿੱਚ ਖੜ੍ਹੇ ਹੁੰਦੇ ਹਾਂ। ਅਤੇ ਮੈਂ ਚਾਹੁੰਦਾ ਹਾਂ ਕਿ ਇਹ ਜਿਹੜੀਆਂ ਗੱਲਾਂ ਮੈਂ ਅੱਜ ਦੱਸੀਆਂ ਹਨ ਤੁਹਾਨੂੰ ਵਚਨ ਵਿੱਚੋਂ, ਇਹ ਤੁਹਾਨੂੰ ਤਸੱਲੀ ਦੇਵੇ ਇਹ ਗੱਲਾਂ, ਅਤੇ ਖੁਦਾਵੰਦ ਤੁਹਾਨੂੰ ਯਿਸੂ ਮਸੀਹ ਆਪਣੀ ਨੇਚਾ ਦੇ ਵਿੱਚ ਹੋਰ ਅੱਗੇ ਵਧਾਵੇ, ਅਤੇ ਤੁਹਾਨੂੰ ਇੱਕ ਚੰਗੀ ਜ਼ਿੰਦਗੀ ਦੇਵੇ, ਪਵਿੱਤਰਤਾਈ ਵਾਲੀ ਜ਼ਿੰਦਗੀ ਦੇਵੇ, ਪ੍ਰਾਰਥਨਾ ਵਾਲੀ ਜ਼ਿੰਦਗੀ ਦੇਵੇ, ਸੰਗਤੀ ਵਾਲੀ ਜ਼ਿੰਦਗੀ ਦੇਵੇ, ਜੋ ਕਿ ਬਹੁਤ ਹੀ ਜ਼ਰੂਰੀ ਹੈ ਮਸੀਹ ਜ਼ਿੰਦਗੀ ਲਈ। ਅਤੇ ਮੈਂ ਚਾਹੁੰਦਾ ਹਾਂ ਕਿ ਤੁਸੀਂ ਆਪਣੇ ਲਈ ਵੀ ਪ੍ਰਾਰਥਨਾ ਕਰੋ, ਆਪਣੇ ਮਸੀਹ ਭਾਈ ਭੈਣਾਂ ਲਈ ਵੀ ਪ੍ਰਾਰਥਨਾ ਕਰੋ, ਮੇਰੇ ਲਈ ਵੀ ਪ੍ਰਾਰਥਨਾ ਕਰੋ, ਕਿਉਂਕਿ ਮੈਨੂੰ ਵੀ ਪ੍ਰਾਰਥਨਾ ਦੀ ਲੋੜ ਹੈ। ਮੈਂ ਵੀ ਤੁਹਾਡੇ ਵਾਂਗੂ ਹਾਂ, ਮੇਰੀ ਜ਼ਿੰਦਗੀਆਂ ਦੇ ਵਿੱਚ ਵੀ ਪਰਤਾਵੇ ਆਉਂਦੇ ਹਨ, ਇਸ ਕਰਕੇ ਮੇਰੇ ਲਈ ਵੀ ਪ੍ਰਾਰਥਨਾ ਕਰੋ, ਕਿਉਂਕਿ ਪ੍ਰਚਾਰ ਕਰਨ ਵਾਲੇ ਜੋ ਹੁੰਦੇ ਹਨ ਉਹ ਵੀ ਪਾਪ ਵਿੱਚ ਫਸ ਸਕਦੇ ਹਨ, ਉਹਨਾਂ ਉੱਤੇ ਵੀ ਪਰਤਾਵੇ ਆਉਂਦੇ ਹਨ, ਉਹ ਵੀ ਇੱਕ ਸਧਾਰਨ ਇਨਸਾਨ ਹਨ। ਕੋਈ ਪਾਸਟਰ, ਕੋਈ ਪ੍ਰਚਾਰਕ, ਕੋਈ ਇਨਸਾਨ ਸਪੈਸ਼ਲ ਨਹੀਂ ਹੈ ਇਸ ਦੁਨੀਆ ਦੇ ਵਿੱਚ। ਸਿਰਫ ਜੋ ਇੱਕ ਸਪੈਸ਼ਲ ਹੈ ਉਹ ਸਿਰਫ ਯਿਸੂ ਮਸੀਹ ਹੈ, ਅਤੇ ਸਾਨੂੰ ਯਿਸੂ ਮਸੀਹ ਦੇ ਉੱਤੇ ਵਿਸ਼ਵਾਸ ਰੱਖਣ ਦੀ ਲੋੜ ਹੈ, ਅਤੇ ਖੁਦਾਵੰਦ ਯਿਸੂ ਮਸੀਹ ਦੇ ਨਾਲ ਚੱਲਣ ਦੀ ਲੋੜ ਹੈ। ਅਤੇ ਇਹ ਜੋ ਅਫਸੀਆਂ ਦੇ ਲੋਕ ਸਨ, ਇਹ ਵੀ ਖੁਦਾਵੰਦ ਦੇ ਨਾਲ ਚੱਲਦੇ ਸਨ, ਪਰ ਇਹ ਅਫਸੀਆਂ ਦੇ ਲੋਕ ਜੋ ਹਨ, ਇਹਨਾਂ ਬਾਰੇ ਅਸੀਂ ਪੜ੍ਹਦੇ ਹਾਂ ਪ੍ਰਕਾਸ਼ ਦੀ ਪੋਥੀ ਦੇ ਵਿੱਚ,
ਉਸ ਦੇ ਦੂਜੇ ਅਧਿਆਇ ਵਿੱਚ। ਅਤੇ ਉਸ ਵਿੱਚ ਯਿਸੂ ਮਸੀਹ ਇਹਨਾਂ ਲੋਕਾਂ ਨੂੰ ਕਹਿੰਦਾ ਹੈ, ਜੋ ਤੁਹਾਡਾ ਪ੍ਰੇਮ ਸੀ ਪਹਿਲਾਂ, ਉਹ ਹੁਣ ਖਤਮ ਹੋ ਰਿਹਾ ਹੈ। ਇਸ ਕਰਕੇ ਤੁਸੀਂ ਆਪਣੇ ਆਪ ਨੂੰ ਦੁਬਾਰਾ ਮੇਰੇ ਪ੍ਰੇਮ ਵਿੱਚ ਬਾੜ ਲਵੋ। ਖੁਦਾਵੰਦ ਕਹਿੰਦਾ ਹੈ ਪ੍ਰਕਾਸ਼ ਦੀ ਪੋਥੀ ਵਿੱਚ, ਜਦੋਂ ਖੁਦਾਵੰਦ ਲਿਖਦਾ ਹੈ 7 ਕਲੀਸਿਆਵਾਂ ਨੂੰ, ਉਹਨਾਂ ਵਿੱਚ ਇੱਕ ਕਲੀਸਿਆ ਕਿਹੜੀ ਸੀ? ਅਫਸੀਆਂ ਦੀ। ਅਤੇ ਖੁਦਾਵੰਦ ਕਹਿੰਦਾ ਹੈ ਕਿ ਤੁਸੀਂ ਮੇਰੇ ਪ੍ਰੇਮ ਵਿੱਚ ਵਾਪਸ ਆ ਜਾਵੋ। ਜੇ ਤੁਸੀਂ ਪ੍ਰੇਮ ਤੋਂ ਦੂਰ ਹੋ ਗਏ ਹੋ ਮੇਰੇ, ਅਤੇ ਵਾਪਸ ਆ ਜਾਵੋ। ਇਸ ਕਰਕੇ ਖੁਦਾਵੰਦ ਸਾਨੂੰ ਦੁਬਾਰਾ ਬਾਰ ਦੱਸਦਾ ਹੈ, ਕਿਉਂਕਿ ਖੁਦਾਵੰਦ ਭਲਾ ਖੁਦਾਵੰਦ ਹੈ, ਕਿਉਂਕਿ ਖੁਦਾਵੰਦ ਨੇ ਸਾਡੇ ਨਾਲ ਰਿਸ਼ਤਾ ਕਾਇਮ ਕੀਤਾ ਹੈ। ਇਸ ਕਰਕੇ ਉਹ ਕਹਿੰਦਾ ਹੈ ਕਿ ਮੇਰੇ ਕੋਲ ਆਵੋ। ਅਤੇ ਜੇ ਆਪਣੇ ਪਹਿਲੇ ਪ੍ਰੇਮ ਤੋਂ ਤੁਸੀਂ ਦੂਰ ਹੋ ਗਏ ਹੋ, ਉਹ ਪਹਿਲੇ ਪ੍ਰੇਮ ਵੱਲ ਆਵੋ, ਕਿਉਂਕਿ ਉਹ ਪ੍ਰੇਮ ਹੱਲੇ ਵੀ ਹੈ ਤੁਹਾਡੇ ਲਈ। ਅਤੇ ਸਾਡਾ ਪ੍ਰੇਮ, ਸਾਡੀ ਨੇਚਰ ਖੁਦਾਵੰਦ ਯਿਸੂ ਮਸੀਹ ਦੇ ਵਿੱਚ ਬਣੀ ਰਵੇ। ਸਾਨੂੰ ਇਹੀ ਪ੍ਰਾਰਥਨਾ ਕਰਨ ਦੀ ਲੋੜ ਹੈ। ਅਤੇ ਅਸੀਂ ਫਿਰ ਮਿਲਾਂਗੇ ਅਗਲੇ ਹਫ਼ਤੇ। ਤਦ ਤੱਕ ਲਈ ਤੁਹਾਨੂੰ ਸਾਰਿਆਂ ਨੂੰ ਜੈ ਮਸੀਹ ਦੀ, ਅਤੇ ਖੁਦਾਵੰਦ ਤੁਹਾਡੇ ਨਾਲ ਹੋਵੇ। ਆਮੀਨ।